हाँ जी, आप ਸਭ ਦਾ ਸਵਾਗਤ ਹੈ ਸਾਡੇ ਲਰਨਿੰਗ ਪਾਥ ਚੈਨਲ ਉੱਪਰ। ਅੱਜ ਅਸੀਂ ਮਾਸਟਰ ਕੇਡਰ ਐਗਜ਼ਾਮ ਦਾ ਜਿਹੜਾ ਅਗਲਾ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ। ਇਸ ਵਿੱਚ ਅਸੀਂ ਪ੍ਰਾਈਮ ਮਿਨਿਸਟਰ ਐਂਡ ਕਾਉਂਸਲ ਆਫ ਮਿਨਿਸਟਰ ਜਿਹੜਾ ਟੌਪਿਕ ਹੈਗਾ ਪਹਿਲੇ ਯੂਨਿਟ ਦਾ ਥਰਡ ਜਿਹੜਾ ਚੈਪਟਰ ਜਿਹੜਾ ਹੈਗਾ, ਠੀਕ ਹੈ ਜੀ, ਤਾਂ ਉਸ ਨੂੰ ਅਸੀਂ ਕਵਰ ਕਰਾਂਗੇ ਅੱਜ, ਠੀਕ ਹੈ ਜੀ। ਤਾਂ ਪ੍ਰਾਈਮ ਮਿਨਿਸਟਰ, ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਨਰਿੰਦਰ ਮੋਦੀ ਜੀ ਸਾਡੇ ਪ੍ਰਾਈਮ ਮਿਨਿਸਟਰ ਹੈਗੇ ਆ, ਠੀਕ ਹੈ ਜੀ, ਕਿ ਇਹਨਾਂ ਨੂੰ ਹੈਡ ਆਫ ਦਾ ਗਵਰਨਮੈਂਟ ਵੀ ਕਿਹਾ ਜਾਂਦਾ ਹੈਗਾ, ਠੀਕ ਹੈ ਜੀ। ਜਿਹੜੇ ਰਾਸ਼ਟਰਪਤੀ ਸੀਗੇ ਉਹ ਹੈਡ ਆਫ ਦਾ ਸਟੇਟ ਹੁੰਦੇ ਹੈਗੇ ਆ, ਅਤੇ ਸਟੇਟ ਤੋਂ ਭਾਵ ਕਿ ਪੂਰਾ ਇੰਡੀਆ ਸ਼ਬਦ ਜਿਹੜਾ ਲਿਆ ਗਿਆ, ਠੀਕ ਹੈ ਜੀ। ਅਤੇ ਪ੍ਰਾਈਮ ਮਿਨਿਸਟਰ ਹੁੰਦੇ ਜਿਹੜੇ ਉਹ ਹੈਡ ਆਫ ਗਵਰਨਮੈਂਟ ਹੁੰਦੇ ਹੈ, ਠੀਕ ਹੈ ਜੀ। ਤਾਂ ਅਸੀਂ ਕੋਰਿਲੇਟ ਕਰਦੇ ਚੱਲਾਂਗੇ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਵਿੱਚ, ਠੀਕ ਹੈ ਜੀ। ਤਾਂ ਅਨੁਛੇਦ 74 ਦੇ ਅਨੁਸਾਰ ਸੰਵਿਧਾਨ ਵਿੱਚ ਇਹ ਕਿਹਾ ਗਿਆ ਕਿ ਭਾਰਤ ਰਾਜ ਦਾ ਇੱਕ ਪ੍ਰਾਈਮ ਮਿਨਿਸਟਰ ਹੋਵੇਗਾ, ਪ੍ਰਧਾਨ ਮੰਤਰੀ ਹੋਵੇਗਾ, ਠੀਕ ਹੈ ਜੀ। ਤਾਂ ਇਹ 74 ਅਨੁਛੇਦ ਤੋਂ ਲਿਆ ਗਿਆ ਸੀਗਾ ਇਹ ਜਿਹੜਾ ਫਾਰਮੂਲਾ ਸੀ, ਠੀਕ ਹੈ ਜੀ। ਤਾਂ ਸਾਡੇ ਅੱਜ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਨਰਿੰਦਰ ਮੋਦੀ ਜੀ, ਠੀਕ ਹੈ ਜੀ, ਤਾਂ ਇਹ 26 ਮਈ 2014 ਤੋਂ ਜਿਹੜੇ ਨਿਯੁਕਤ ਹੋਏ ਆ ਜੇ, ਅਤੇ ਅੱਜ ਵੀ ਇਹ ਸਾਡੀ ਦੂਜੀ ਵਾਰ ਜਿਹੜੇ ਪ੍ਰਧਾਨ ਮੰਤਰੀ ਚੁਣੇ ਗਏ, ਠੀਕ ਹੈ ਜੀ। ਅਤੇ ਹਜੇ ਵੀ ਇਹਨਾਂ ਦਾ ਕਾਰਜਕਾਲ ਚੱਲ ਰਿਹਾ ਹੈਗਾ। ਅਤੇ ਨਿਯੁਕਤੀ ਦੀ ਗੱਲ ਕਰੀਏ ਤਾਂ ਇਹਨਾਂ ਦੀ ਜਿਹੜੀ ਨਿਯੁਕਤੀ ਇਹ ਰਾਸ਼ਟਰਪਤੀ ਦੁਆਰਾ ਹੁੰਦੀ ਹੈਗੀ ਆ। ਵੈਸੇ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਨਿਯੁਕਤੀ ਨਹੀਂ ਕਰ ਸਕਦਾ। ਜਿਹੜੀ ਪਾਰਟੀ ਨੂੰ ਬਹੁਮਤ ਮਿਲਦਾ ਹੈਗਾ ਚੋਣਾਂ ਦੇ ਵਿੱਚ, ਉਸ ਪਾਰਟੀ ਦਾ ਜਿਹੜਾ ਨੇਤਾ ਹੁੰਦਾ ਹੈਗਾ ਉਸ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਨਿਯੁਕਤ ਕਰ ਸਕਦਾ ਹੈਗਾ। ਅਤੇ ਜੇਕਰ ਅਸੀਂ ਗੱਲ ਕਰੀਏ ਤਾਂ ਕਾਰਜਕਾਲ ਦੀ, ਤਾਂ ਪ੍ਰਧਾਨ ਮੰਤਰੀ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈਗਾ। ਅਤੇ ਇਸ ਦੀ ਜਿਹੜੀ ਤਨਖਾਹ ਹੁੰਦੀ ਹੈਗੀ ਆ ਇਹ ਹੁੰਦੀ ਹੈਗੀ ਆ 2,80,000 ਰੁਪਇਆ ਆਪਣਾ ਮਹੀਨਾ, ਹਾਂਜੀ, ਠੀਕ ਹੈ ਜੀ, 2,80,000 ਰੁਪਏ ਮਹੀਨਾ। ਅਗਰ ਜੇ ਅਸੀਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਪ੍ਰਧਾਨ ਮੰਤਰੀ ਦੀ, ਤਾਂ ਸੰਵਿਧਾਨ ਵਿੱਚ ਇਸ ਦੀ ਜਿਹੜੀ ਕੋਈ ਵੀ ਜਿਹੜੀ ਸੀਮਾ ਜਿਹੜੀ ਨਿਰਧਾਰਿਤ ਨਹੀਂ ਕੀਤੀ ਗਈ, ਠੀਕ ਹੈ ਜੀ। ਕੋਈ ਵੀ ਜਿਹੜੀ ਯੋਗਤਾ ਜਿਹੜੀ ਇਸ ਦੀ ਨਿਰਧਾਰਿਤ ਨਹੀਂ ਕੀਤੀ ਗਈ ਪ੍ਰਧਾਨ ਮੰਤਰੀ ਦੀ। ਪਰ ਸੰਸਦ ਦਾ ਜਿਹੜਾ ਪ੍ਰਧਾਨ ਮੰਤਰੀ ਉਹੀ ਉਸ ਨੂੰ ਮੈਂਬਰ ਨੂੰ ਹੀ ਚੁਣਿਆ ਜਾਵੇਗਾ ਜਿਹੜਾ ਸੰਸਦ ਦਾ ਮੈਂਬਰ ਹੋਵੇਗਾ, ਕਿ ਇਸ ਕਰਕੇ ਸੰਸਦ ਦੇ ਮੈਂਬਰ ਬਣਨ ਲਈ ਜੋ ਵੀ ਯੋਗਤਾਵਾਂ ਜਿਹੜੀਆਂ ਹੁੰਦੀਆਂ ਹੈਗੀਆਂ ਉਹ ਪ੍ਰਧਾਨ ਮੰਤਰੀ ਦੇ ਉੱਪਰ ਵੀ ਉਸੇ ਤਰ੍ਹਾਂ ਲਾਗੂ ਹੋਣਗੀਆਂ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੂੰ ਆਪਣੀ ਪਾਰਟੀ ਦੇ ਵਿੱਚ ਬਹੁਮਤ ਪ੍ਰਾਪਤ ਹੋਣਾ ਚਾਹੀਦਾ, ਠੀਕ ਹੈ ਜੀ। ਜਿਹੜੀ ਪਾਰਟੀ ਵਿੱਚ ਜਿਹੜੀ ਪਾਰਟੀ ਨੂੰ ਬਹੁਮਤ ਪ੍ਰਾਪਤ ਹੁੰਦਾ ਹੈਗਾ ਉਸ ਪਾਰਟੀ ਦਾ ਜਿਹੜਾ ਨੇਤਾ ਹੁੰਦਾ ਹੈਗਾ ਉਸ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ ਹੈਗਾ, ਠੀਕ ਹੈ ਜੀ। ਤਾਂ ਅਗਰ ਅਸੀਂ ਗੱਲ ਕਰੀਏ ਇਸ ਦੇ ਜਿਹੜੇ ਪਾਵਰ ਅਤੇ ਸ਼ਕਤੀਆਂ ਦੀ, ਠੀਕ ਹੈ ਜੀ, ਤਾਂ ਵੈਸੇ ਸਾਰਾ ਜਿਹੜਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਵੈਸੇ ਤਾਂ ਰਾਸ਼ਟਰਪਤੀ ਦੇ ਸਾਈਨਾਂ ਦੁਆਰਾ ਹੀ ਕੁਛ ਵੀ ਜਿਹੜਾ ਆਪਣਾ ਕਾਨੂੰਨ ਬਣਾਉਣਾ ਹੈਗਾ ਉਹ ਰਾਸ਼ਟਰਪਤੀ ਦੇ ਸਾਈਨਾਂ ਦੁਆਰਾ ਹੀ ਜਿਹੜਾ ਲਾਗੂ ਹੁੰਦਾ ਹੈਗਾ। ਪਰ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਹੀ ਸਾਰਾ ਕੁਛ ਕਰਨਾ ਪੈਂਦਾ ਹੈਗਾ, ਠੀਕ ਹੈ ਜੀ। ਰਾਸ਼ਟਰਪਤੀ ਇਕੱਲਾ ਉਸ ਉੱਪਰ ਜਿਹੜਾ ਕੋਈ ਵੀ ਕਾਰਵਾਈ ਨਹੀਂ ਕਰ ਸਕਦਾ ਪ੍ਰਧਾਨ ਮੰਤਰੀ ਦੀ ਸਲਾਹ ਲਏ ਤੋਂ ਬਗੈਰ, ਠੀਕ ਹੈ ਜੀ। ਅਤੇ ਇਸ ਕਰਕੇ ਪ੍ਰਧਾਨ ਮੰਤਰੀ ਹੀ ਜਿਹੜਾ ਅਸਲੀ ਕਾਰਜਪਾਲਿਕਾ ਮੁਖੀ ਹੁੰਦਾ ਹੈਗਾ, ਠੀਕ ਹੈ ਜੀ। ਅਤੇ ਰਾਸ਼ਟਰਪਤੀ ਨਾ ਮਾਤਰ ਕਾਰਜਪਾਲਿਕਾ ਮੁਖੀ ਹੁੰਦਾ ਕਿਉਂਕਿ ਉਸ ਨੂੰ ਹਰੇਕ ਕੰਮ ਲਈ ਪ੍ਰਧਾਨ ਮੰਤਰੀ ਦੀ ਸਲਾਹ ਲੈਣੀ ਪੈਂਦੀ ਹੈਗੀ, ਠੀਕ ਹੈ ਜੀ, ਰਾਸ਼ਟਰਪਤੀ ਨੂੰ। ਤਾਂ ਇਸ ਵਿੱਚ ਪ੍ਰਧਾਨ ਮੰਤਰੀ ਨੂੰ ਬਹੁਤ ਸਾਰੀਆਂ ਸ਼ਕਤੀਆਂ ਪ੍ਰਾਪਤ ਹੈਗੀਆਂ, ਠੀਕ ਹੈ ਜੀ, ਸਾਡੇ ਸੰਵਿਧਾਨ ਵਿੱਚ। ਅਤੇ ਇਸ ਲਈ ਕਿਹਾ ਜਾਂਦਾ ਹੈ ਕਿ ਸਾਰੀ ਜਿਹੜਾ ਭਾਰਤ ਦਾ ਪ੍ਰਸ਼ਾਸਨ ਹੈਗਾ ਉਹ ਸਾਰਾ ਜਿਹੜਾ ਆਪਣੇ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਹੀ ਘੁੰਮਦਾ ਹੈਗਾ, ਠੀਕ ਹੈ ਜੀ। ਤਾਂ ਗੱਲ ਕਰਨ ਲੱਗੇ ਹਾਂ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਦੀ, ਤਾਂ ਸਭ ਤੋਂ ਪਹਿਲਾਂ ਮੰਤਰੀ ਪਰਿਸ਼ਦ ਦਾ ਗਠਨ ਜਿਹੜਾ ਉਹ ਵੀ ਪ੍ਰਧਾਨ ਮੰਤਰੀ ਕਰਦਾ ਹੈਗਾ, ਠੀਕ ਹੈ ਜੀ। ਪ੍ਰਧਾਨ ਮੰਤਰੀ ਦੀ ਨਿਯੁਕਤੀ ਤੋਂ ਬਾਅਦ ਉਹ ਆਪਣੇ ਮੰਤਰੀਆਂ ਦੀਆਂ ਜਿਹੜੀਆਂ ਪਦਵੀਆਂ ਨੂੰ ਨਿਯੁਕਤ ਕਰਦਾ ਹੈਗਾ। ਤਾਂ ਇਸ ਵਿੱਚ 50 ਤੋਂ 80 ਮੰਤਰੀ ਜਿਹੜੇ ਹੈਗੇ ਆ ਕਿ ਉਹਨਾਂ ਦੀ ਨਿਯੁਕਤੀ ਕਰ ਸਕਦਾ ਹੈਗਾ, ਠੀਕ ਹੈ ਜੀ। ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਮੰਤਰੀ ਨੂੰ, ਕਿਸੇ ਵੀ ਸੰਸਦ ਦੇ ਮੈਂਬਰ ਨੂੰ ਆਪਣੀ ਮੰਤਰੀ ਦੀ ਸੂਚੀ ਵਿੱਚ ਸ਼ਾਮਿਲ ਕਰ ਲੈਂਦਾ ਹੈਗਾ। ਅਤੇ ਇਸ ਲਈ ਉਹ ਕਿਸੇ ਪ੍ਰਤੀ ਉੱਤਰਦਾਈ ਨਹੀਂ ਹੁੰਦਾ ਹੈਗਾ। ਅਤੇ ਰਾਸ਼ਟਰਪਤੀ ਉਸ ਮੈਂਬਰਾਂ ਨੂੰ ਨਿਯੁਕਤ ਕਰਨਾ ਹੀ ਪੈਂਦਾ ਹੈਗਾ, ਕਿਉਂਕਿ ਜੇਕਰ ਪ੍ਰਧਾਨ ਮੰਤਰੀ ਲਿਸਟ ਬਣਾ ਕੇ ਰਾਸ਼ਟਰਪਤੀ ਕੋਲ ਭੇਜ ਦਿੰਦਾ ਹੈਗਾ ਮੰਤਰੀਆਂ ਦੀ, ਅਤੇ ਰਾਸ਼ਟਰਪਤੀ ਨੂੰ ਸਾਈਨ ਕਰਨੀ ਪੈਂਦੇ ਹੋਗੇ ਉਸ 'ਤੇ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ
ਵਿਭਾਗਾਂ ਦੀ ਜਿਹੜੀ ਵੰਡ ਹੈਗੀ ਆ ਕਿ ਕਿਹੜੇ ਮੰਤਰੀ ਨੂੰ ਕਿਸ ਵਿਭਾਗ ਦੀ ਜਿਹੜੀ ਸੇਵਾ ਦਿੱਤੀ ਜਾਊਗੀ, ਇਹ ਵੀ ਜਿਹੜਾ ਫੈਸਲਾ ਉਹ ਪ੍ਰਧਾਨ ਮੰਤਰੀ ਦੇ ਉੱਪਰ ਹੀ ਹੁੰਦਾ ਹੈਗਾ। ਠੀਕ ਹੈ ਜੀ, ਉਹ ਕਿਸੇ ਵੀ ਵਿਭਾਗ ਦਾ ਜਿਹੜਾ ਕੰਮ ਕਿਸੇ ਵੀ ਮੰਤਰੀ ਨੂੰ ਸੌਂਪ ਸਕਦਾ ਹੈਗਾ। ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਵਿਭਾਗਾਂ ਦੀ ਜਿਹੜੀ ਫੇਰ ਬਦਲ ਕਰਨੀ ਤਾਂ ਇਹ ਵੀ ਪ੍ਰਧਾਨ ਮੰਤਰੀ ਦੇ ਹਿੱਸੇ ਹੈਗੀ ਆ। ਉਹ ਕਿਸੇ ਵੀ ਮੰਤਰੀ ਨੂੰ ਕੋਈ ਵੀ ਵਿਭਾਗ ਜਿਹੜਾ ਸੌਂਪ ਸਕਦਾ ਹੈਗਾ। ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਹੈ ਉਹ ਆਪਣੀ ਕੈਬਨਿਟ ਦਾ ਚੇਅਰਮੈਨ ਹੁੰਦਾ। ਠੀਕ ਹੈ ਜੀ, ਅਤੇ ਸਾਰਾ ਜਿਹੜਾ ਕੋਈ ਵੀ ਮੰਤਰੀ ਉਸ ਦੀ ਸਲਾਹ ਤੋਂ ਬਗੈਰ ਕੋਈ ਵੀ ਜਿਹੜਾ ਕੰਮ ਜਿਹੜਾ ਨਹੀਂ ਕਰ ਸਕਦਾ। ਠੀਕ ਹੈ ਜੀ, ਅਤੇ ਉਹ ਸੰਸਦ ਦਾ ਆਗੂ ਹੁੰਦਾ ਹੈਗਾ। ਠੀਕ ਹੈ ਜੀ, ਸੰਸਦ ਵਿੱਚ ਕਿਸੇ ਵੀ ਆਪਣੇ ਸਦਨ ਵਿੱਚ ਸੰਬੋਧਨ ਜਿਹੜਾ ਕਰ ਸਕਦਾ ਹੈਗਾ ਕਿਸੇ ਵੀ ਸਮੇਂ 'ਤੇ। ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਮੰਤਰੀਆਂ ਨੂੰ ਹਟਾਉਣਾ ਹੋਵੇ ਤਾਂ ਉਹ ਵੀ ਪ੍ਰਧਾਨ ਮੰਤਰੀ ਕਰ ਸਕਦਾ ਹੈਗਾ। ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਲਿਖ ਕੇ ਭੇਜ ਦਿੰਦਾ ਹੈਗਾ ਕਿ ਇਸ ਮੰਤਰੀ ਨੂੰ ਹਟਾਇਆ ਜਾਵੇ, ਤਾਂ ਉਹ ਰਾਸ਼ਟਰਪਤੀ ਨੂੰ ਉਸ ਜਿਹੜੀ ਚਿੱਠੀ ਉੱਪਰ ਸਾਈਨ ਕਰਨੀ ਪੈਂਦੀ। ਠੀਕ ਹੈ ਜੀ, ਤਾਂ ਉਸ ਦੀ ਮਰਜ਼ੀ ਅਨੁਸਾਰ ਪ੍ਰਧਾਨ ਮੰਤਰੀ ਮਰਜ਼ੀ ਅਨੁਸਾਰ ਹੀ ਸਾਰਾ ਕੁਛ ਹੁੰਦਾ ਹੈਗਾ। ਠੀਕ ਹੈ ਜੀ, ਜੇ ਮੰਤਰੀ ਨੂੰ ਹਟਾਉਣਾ ਹੋਵੇ, ਉਸ ਦਾ ਨਿਯੁਕਤੀ ਪੱਤਰ ਕਰਨਾ ਹੋਵੇ, ਉਸ ਨੂੰ ਉਸ ਦੇ ਵਿਭਾਗ ਦੀ ਫੇਰ ਬਦਲ ਕਰਨੀ ਹੋਵੇ। ਠੀਕ ਹੈ ਜੀ, ਇਹ ਸਾਰਾ ਕੁਛ ਪ੍ਰਧਾਨ ਮੰਤਰੀ ਕਰਦਾ ਹੈਗਾ। ਇਸ ਤੋਂ ਇਲਾਵਾ ਰਾਸ਼ਟਰਪਤੀ ਅਤੇ ਕੈਬਨਿਟ ਵਿਚਾਲੇ ਸੰਪਰਕ ਸੂਤਰ ਜਿਹੜਾ ਸੰਪਰਕ ਸੂਤਰ ਦਾ ਕਾਰਜ ਪ੍ਰਧਾਨ ਮੰਤਰੀ ਨਿਭਾਉਂਦਾ ਹੈਗਾ ਕਿ ਕੋਈ ਵੀ ਮੰਤਰੀ ਸਿੱਧਾ ਰਾਸ਼ਟਰਪਤੀ ਕੋਲ ਪਹੁੰਚ ਨਹੀਂ ਕਰ ਸਕਦਾ, ਬੇਸ਼ਰਤੇ ਉਸ ਨੂੰ ਆਪਣੇ ਪ੍ਰਧਾਨ ਮੰਤਰੀ ਇੱਕ ਕੜੀ ਹੁੰਦਾ ਹੈਗਾ ਕੈਬਨਿਟ ਅਤੇ ਰਾਸ਼ਟਰਪਤੀ ਦੇ ਵਿਚਾਲੇ। ਠੀਕ ਹੈ ਜੀ, ਕਿ ਕੋਈ ਵੀ ਜੇ ਕੰਮ ਆਪਣੇ ਰਾਸ਼ਟਰਪਤੀ ਤੱਕ ਜਾਂ ਕੁਛ ਵੀ ਕੋਈ ਸਲਾਹ ਕਰਨੀ ਹੋਵੇ ਤਾਂ ਕੈਬਨਿਟ ਦਾ ਜਿਹੜਾ ਚੇਅਰਮੈਨ ਹੈਗਾ ਜੋ ਕਿ ਪ੍ਰਧਾਨ ਮੰਤਰੀ ਉਹ ਰਾਸ਼ਟਰਪਤੀ ਦੇ ਖੁਦ ਜਾ ਕੇ ਰਾਸ਼ਟਰਪਤੀ ਨੂੰ ਮਿਲਦਾ ਹੈਗਾ। ਠੀਕ ਹੈ ਜੀ, ਕਿਸੇ ਵੀ ਮਾਮਲੇ ਨਾਲ ਸੰਬੰਧਿਤ ਸਲਾਹ ਲਈ। ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਵਿਦੇਸ਼ੀ ਮਾਮਲਿਆਂ ਸੰਬੰਧੀ ਪ੍ਰਧਾਨ ਮੰਤਰੀ ਕੋਲ ਬਹੁਤ ਜਿਹੜਾ ਹੈਗਾ ਸ਼ਕਤੀਆਂ ਹੁੰਦੀਆਂ ਹੈਗੀਆਂ। ਠੀਕ ਹੈ ਜੀ, ਉਹ ਕਿ ਵਿਦੇਸ਼ੀ ਮਾਮਲਿਆਂ ਦਾ ਨਿਰਦੇਸ਼ਕ ਹੁੰਦਾ ਹੈਗਾ ਕਿ ਕੋਈ ਵੀ ਵਿਦੇਸ਼ਾਂ ਵਿੱਚ ਰਾਜਦੂਤ ਭੇਜਣਾ ਹੋਵੇ ਜਾਂ ਕੋਈ ਵੀ ਵਿਦੇਸ਼ੀ ਨਾਲ ਜਦੋਂ ਸੰਧੀ ਕਰਨੀ ਹੋਵੇ ਕਿਸੇ ਦੇਸ਼ ਨਾਲ, ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿ ਇੱਕ ਦੂਜੇ ਦੇਸ਼ਾਂ ਵਿੱਚ ਜਾਂਦੇ ਰਹਿੰਦੇ ਹਨ, ਜਿਵੇਂ ਕਿ ਅਮਰੀਕਾ ਵਿੱਚ ਕਦੇ ਚਲੇ ਗਏ, ਕਦੇ ਜਾਪਾਨ ਵਿੱਚ, ਕਦੇ ਚਾਈਨਾ ਵਿੱਚ। ਠੀਕ ਹੈ ਜੀ, ਤਾਂ ਉਹ ਵਿਦੇਸ਼ਾਂ ਜਿਹੜੀਆਂ ਸੰਧੀਆਂ ਕਰਦੇ ਹੈਗੇ। ਠੀਕ ਹੈ ਜੀ, ਜਾਂ ਕੁਛ ਵੀ ਆਪਣੇ ਜਿਹੜੀ ਸਲਾਹ ਹੁੰਦੀ ਹੈ। ਠੀਕ ਹੈ ਜੀ, ਉਹ ਪ੍ਰਧਾਨ ਮੰਤਰੀ ਦੇ ਸਿਰ 'ਤੇ ਹੁੰਦੀ ਹੈ। ਠੀਕ ਹੈ ਜੀ, ਵਿਦੇਸ਼ੀ ਮਾਮਲਿਆਂ ਨਾਲ ਜਿੰਨੇ ਵੀ ਮੁੱਦੇ ਹੈਗੇ ਉਹ ਪ੍ਰਧਾਨ ਮੰਤਰੀ ਦੀ ਸਲਾਹ ਤੋਂ ਬਗੈਰ ਨਹੀਂ ਹੁੰਦੇ ਹੈਗੇ। ਅਤੇ ਇਸ ਤੋਂ ਇਲਾਵਾ ਆਰਥਿਕ ਯੋਜਨਾਬੰਦੀ ਦੀ ਭੂਮਿਕਾ। ਆਰਥਿਕ ਯੋਜਨਾਬੰਦੀ ਵਿੱਚ ਪ੍ਰਧਾਨ ਮੰਤਰੀ ਬਹੁਤ ਸਾਰੇ ਅਜਿਹੇ ਅਹਿਮ ਫੈਸਲੇ ਲੈਂਦਾ ਹੈਗਾ ਜਿਸ ਨਾਲ ਦੇਸ਼ ਦਾ ਆਰਥਿਕ ਜਿਹੜਾ ਵਿਕਾਸ ਹੋ ਸਕੇ। ਜਿਵੇਂ ਪ੍ਰਧਾਨ ਮੰਤਰੀ ਆਪਣੇ ਮੋਦੀ ਜੀ ਨੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਫੈਸਲੇ ਲਏ, ਜਿਵੇਂ ਨੋਟ ਬਦਲੀ ਜਿਹੜਾ ਕਾਨੂੰਨ ਬਣਾਇਆ ਸੀ ਉਹਨਾਂ ਨੇ। ਠੀਕ ਹੈ ਜੀ, ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਧਾਨ ਮੰਤਰੀਆਂ ਨੇ ਇਸ ਆਰਥਿਕ ਯੋਜਨਾਬੰਦੀ ਲਾਗੂ ਕੀਤੀ ਸੀ, ਜਿਵੇਂ ਰਾਜੀਵ ਗਾਂਧੀ ਜੀ ਨੇ 5 ਸਾਲਾਂ ਜਿਹੜੀਆਂ ਯੋਜਨਾਵਾਂ ਬਣਾਈਆਂ ਸੀਗੀਆਂ ਜਿਹੜੀਆਂ ਹਜੇ ਤੱਕ ਚੱਲਦੀਆਂ ਹੈਗੀਆਂ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਦੀ ਆਰਥਿਕ ਵਿਕਾਸ ਜਿਹੜੀਆਂ ਯੋਜਨਾਵਾਂ ਹੁੰਦੀਆਂ ਹੈਗੀਆਂ ਉਹ ਪ੍ਰਧਾਨ ਮੰਤਰੀ ਹੀ ਲਾਗੂ ਕਰਦੇ ਹੈਗੇ। ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਰਾਸ਼ਟਰ ਦਾ ਆਗੂ ਹੁੰਦਾ ਹੈਗਾ। ਸਾਰਾ ਰਾਸ਼ਟਰ ਪ੍ਰਧਾਨ ਮੰਤਰੀ ਦੇ ਉੱਪਰ ਕੜੀ ਨਜ਼ਰ ਰੱਖਦਾ ਹੈਗਾ ਕਿ ਸਾਰਾ ਜਿਹੜਾ ਰਾਸ਼ਟਰ ਹੈਗਾ ਉਹ ਪ੍ਰਧਾਨ ਮੰਤਰੀ ਉਸ ਦੀ ਧੁਰੀ ਹੁੰਦੀ ਹੈਗੀ। ਠੀਕ ਹੈ ਜੀ, ਤਾਂ ਉਹ ਸਾਰੇ ਉਸਦੇ ਜੇਕਰ ਕੋਈ ਸੰਕਟ ਦੀ ਘੜੀ ਵੇਲੇ ਜਾਂ ਸਾਰੇ ਉਸ ਦੀ ਸੰਕਟ ਦੀ ਘੜੀ ਵੇਲੇ ਉਸ ਦੇ ਉੱਪਰ ਨਿਗਾਹ ਬਣਾਈ ਰੱਖਦੇ ਹੈਗੇ ਆ ਕਿ ਉਸ ਦਾ ਕੋਈ ਫੈਸਲਾ ਆਵੇ। ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਵੇਂ ਫੈਸਲਾ ਲੈਂਦੇ ਹੈ ਤਾਂ ਉਹ ਰੇਡੀਓ ਉੱਪਰ ਸਿੱਧਾ ਪ੍ਰਸਾਰਣ ਕਰਕੇ ਲੋਕਾਂ ਨੂੰ ਸੂਚਿਤ ਕਰਦੇ ਹੈਗੇ ਕਿਸੇ ਵੀ ਆਪਣੇ ਕਿਸੇ ਵੀ ਵਿਸ਼ੇ ਬਾਰੇ। ਠੀਕ ਹੈ ਜੀ, ਨਵੇਂ ਕਾਨੂੰਨ ਬਾਰੇ। ਠੀਕ ਹੈ ਜੀ, ਤਾਂ ਉਹ ਸਾਰਿਆਂ ਰਾਸ਼ਟਰਪਤੀ ਜਿਹੜਾ ਪ੍ਰਧਾਨ ਮੰਤਰੀ ਉੱਤੋਂ ਵੀ ਹੁੰਦਾ ਹੈਗਾ ਸਾਰੇ ਰਾਸ਼ਟਰ ਦੀ। ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਉੱਚ ਅਹੁਦਿਆਂ ਉੱਪਰ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਹੈਗੀਆਂ, ਜਿਵੇਂ ਰਾਜਪਾਲ ਹੋ ਗਿਆ, ਅਟਾਰਨੀ ਜਨਰਲ ਹੋ ਗਿਆ, ਰਾਜਦੂਤ ਹੋ ਗਏ, ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਹੋ ਗਏ। ਠੀਕ ਹੈ ਜੀ, ਇਹਨਾਂ ਸਾਰਿਆਂ ਦੀ ਜਿਹੜੇ ਅਹੁਦਿਆਂ ਦੀ ਨਿਯੁਕਤੀ ਹੈਗੀ ਆ ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਰਾਸ਼ਟਰਪਤੀ ਦੁਆਰਾ ਹੁੰਦੀ ਹੈਗੀ। ਠੀਕ ਹੈ ਜੀ, ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਲੈਣੀ ਪੈਂਦੀ ਹੈਗੀ। ਠੀਕ ਹੈ ਜੀ, ਅਤੇ ਜਿਹੜੇ ਵੀ ਪ੍ਰਧਾਨ ਮੰਤਰੀ ਨੇ ਜਿਹੜੇ ਵੀ ਮੈਂਬਰਾਂ ਨੂੰ ਨਿਯੁਕਤ ਕਰ ਲਿਆ ਹੈਗਾ। ਠੀਕ ਹੈ ਜੀ, ਉਹਨਾਂ ਦਾ ਸੇਵਾ ਉਸ ਦੀ ਸੂਚਨਾ ਵਿੱਚ ਜਿਹੜਾ ਕੋਈ ਲਿਸਟ ਜਾਰੀ ਕਰ ਲਿੱਤੀ ਹੈਗੀ ਆ
ਤਾਂ ਉਹ ਰਾਸ਼ਟਰਪਤੀ ਨੂੰ ਸਾਈਨ ਕਰਨੇ ਪੈਂਦੇ ਹੈਗੇ ਉਸ 'ਤੇ, ਠੀਕ ਹੈ ਜੀ। ਇਸ ਤੋਂ ਇਲਾਵਾ ਸੰਕਟ ਕਾਲ ਸਮੇਂ ਇਸ ਦੀ ਭੂਮਿਕਾ ਕਿ ਸੰਕਟ ਕਾਲ ਸਥਿਤੀ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਜਿਹੜੀ ਉਹ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ, ਕਿਉਂਕਿ ਅਸਲ ਵਿੱਚ ਵੈਸੇ ਤਾਂ ਰਾਸ਼ਟਰਪਤੀ ਸੰਕਟਕਾਲੀਨ ਸਥਿਤੀ ਨੂੰ ਲਾਗੂ ਕਰਦਾ ਹੈਗਾ, ਪਰ ਜਦੋਂ ਸੰਕਟਕਾਲੀ ਸਥਿਤੀ ਲਾਗੂ ਹੋ ਜਾਂਦੀ ਹੈਗੀ ਤਾਂ ਸਾਰੀਆਂ ਜਿਹੜੀਆਂ ਅਸਲੀ ਜਿਹੜੀ ਸ਼ਕਤੀ ਹੁੰਦੀ ਹੈ ਉਹ ਪ੍ਰਧਾਨ ਮੰਤਰੀ ਦੇ ਕੋਲ ਆ ਜਾਂਦੀ ਹੈਗੀ ਆ, ਅਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਅਨੁਸਾਰ ਹੀ ਸਾਰਾ ਕਾਰਜ ਚਲਾਉਂਦਾ ਹੈਗਾ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਰਾਸ਼ਟਰ ਦੇ ਧਨ ਉੱਪਰ ਪ੍ਰਧਾਨ ਮੰਤਰੀ ਦਾ ਪੂਰਾ ਅਧਿਕਾਰ ਹੁੰਦਾ ਹੈਗਾ, ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਜਿਹੜਾ ਕੋਈ ਵੀ ਕਰ ਨਹੀਂ ਲਗਾਇਆ ਜਾ ਸਕਦਾ, ਠੀਕ ਹੈ ਜੀ। ਅਤੇ ਰਾਸ਼ਟਰ ਦੇ ਧਨ ਉੱਪਰ ਪ੍ਰਧਾਨ ਮੰਤਰੀ ਦਾ ਪੂਰਾ ਅਧਿਕਾਰ ਹੈਗਾ, ਉਹ ਕਿਸੇ ਵੀ ਕਦੋਂ ਵੀ ਕੋਈ ਉਹ ਧਨ ਪ੍ਰਾਪਤ ਕਰ ਸਕਦਾ ਹੈਗਾ, ਠੀਕ ਹੈ ਜੀ। ਉਸ ਨੂੰ ਪ੍ਰਧਾਨ ਮੰਤਰੀ ਕਿਸੇ ਵੀ ਸਮੁਦਾਇ ਦਾ ਸਾਹਮਣੇ ਉੱਤਰਦਾਈ ਨਹੀਂ ਹੁੰਦਾ ਹੈਗਾ, ਉਹ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਧਨ ਕਢਵਾ ਸਕਦਾ ਹੈਗਾ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਹੁਣ ਤੱਕ ਕਿੰਨੇ ਪ੍ਰਧਾਨ ਮੰਤਰੀ ਸਾਡੇ ਹੋਏ ਹੈਗੇ, ਠੀਕ ਹੈ ਜੀ। ਅਤੇ ਇਸ ਵਿੱਚ ਅਸੀਂ ਇੱਕ ਆਪਣਾ PDF ਹੈਗਾ, ਠੀਕ ਹੈ ਜੀ। ਇਸ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦਾ। ਇਸ ਵਿੱਚ ਅੱਜ ਤੋਂ ਜਵਾਹਰ ਲਾਲ ਨਹਿਰੂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਜਿੰਨੇ ਵੀ ਜਿਹੜੇ ਪ੍ਰਧਾਨ ਮੰਤਰੀ ਹੋਏ ਹੈਗੇ ਆ ਉਹਨਾਂ ਸਾਰਿਆਂ ਦੀ ਲਿਸਟ ਹੈਗੀ, ਠੀਕ ਹੈ ਜੀ। ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਸੀ ਜਵਾਹਰ ਲਾਲ ਨਹਿਰੂ, ਠੀਕ ਹੈ ਜੀ, 1947 ਵੇਲੇ, ਠੀਕ ਹੈ ਜੀ, ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਪਹਿਲੇ ਪ੍ਰਧਾਨ ਮੰਤਰੀ ਸਾਡੇ ਜਵਾਹਰ ਲਾਲ ਨਹਿਰੂ ਜੀ। ਦੂਸਰੇ ਨੰਬਰ 'ਤੇ ਗੁਲਜ਼ਾਰੀ ਲਾਲ ਨੰਦਾ, ਤੀਸਰੇ ਨੰਬਰ 'ਤੇ ਲਾਲ ਬਹਾਦਰ ਸ਼ਾਸਤਰੀ, ਚੌਥੇ ਨੰਬਰ 'ਤੇ ਗੁਲਜ਼ਾਰੀ ਲਾਲ ਨੰਦਾ, ਪੰਜਵੇਂ ਨੰਬਰ 'ਤੇ ਇੰਦਰਾ ਗਾਂਧੀ, ਫਿਰ ਛੇਵੇਂ ਨੰਬਰ 'ਤੇ ਮੁਰਾਰਜੀ ਦੇਸਾਈ, ਅਤੇ ਚੌਧਰੀ ਚਰਨ ਸਿੰਘ ਸੀ, ਅਤੇ ਫਿਰ ਇੰਦਰਾ ਗਾਂਧੀ ਜੀ, ਫਿਰ ਰਾਜੀਵ ਗਾਂਧੀ ਜੀ, ਫਿਰ ਵਿਸ਼ਵਨਾਥ ਪ੍ਰਤਾਪ ਸਿੰਘ, ਫਿਰ ਚੰਦਰ ਸ਼ੇਖਰ ਆਜ਼ਾਦ, ਅਤੇ ਨਰਸਿਮਹਾ ਰਾਓ ਜੀ, ਅਤੇ ਅਟਲ ਬਿਹਾਰੀ ਵਾਜਪਾਈ ਜੀ, ਅਤੇ HD ਦੇਵਗੌੜਾ, ਇੰਦਰ ਕੁਮਾਰ ਗੁਜਰਾਲ, ਅਟਲ ਬਿਹਾਰੀ ਵਾਜਪਾਈ ਜੀ, ਮਨਮੋਹਨ ਸਿੰਘ, ਅਤੇ ਜਿਹੜੇ ਹੁਣ ਸਮੇਂ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਹੈਗੇ ਆ ਨਰਿੰਦਰ ਮੋਦੀ ਜੀ, ਠੀਕ ਹੈ ਜੀ। ਤਾਂ ਇਹਨਾਂ ਤੁਸੀਂ ਇਹ ਸਕਰੀਨਸ਼ਾਟ ਲੈ ਲੈਣਾ, ਠੀਕ ਹੈ ਜੀ, ਇਸ ਸਾਰੇ ਦਾ। ਅਤੇ ਤਾਂ ਅੱਜ ਦਾ ਲੈਕਚਰ ਅਸੀਂ ਖ਼ਤਮ ਕਰਨ ਲੱਗੇ, ਠੀਕ ਹੈ ਜੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜਾ ਵੀਡੀਓ ਪਸੰਦ ਆਵੇਗਾ, ਠੀਕ ਹੈ ਜੀ। ਤਾਂ ਇਸ ਵਿੱਚ ਸਾਰੇ ਜਿੰਨੇ ਵੀ ਐਗਜ਼ਾਮ ਨਾਲ ਰਿਲੇਟਡ ਕੁਐਸਚਨ ਸੀਗੇ ਉਹ ਅਸੀਂ ਪੂਰੇ ਕਰ ਦਿੱਤੇ ਹੈਗੇ ਇਸ ਵਿੱਚ, ਠੀਕ ਹੈ ਜੀ। ਫਿਰ ਵੀ ਜੇ ਕੋਈ ਪ੍ਰਸ਼ਨ ਨਾਲ ਸੰਬੰਧਿਤ ਜਾਂ ਕਿਸੇ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਸੰਬੰਧਿਤ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ, ਠੀਕ ਹੈ ਜੀ। ਤਾਂ ਧੰਨਵਾਦ ਜੀ।